ਸਿੱਖ ਰਾਜ ਕਿਵੇਂ ਗਿਆ ਦਾ ਅਗਲਾ ਭਾਗ। ਇਸੇ ਵਾਸਤੇ ਇੱਕ ਦਲ ਸਰਦਾਰ ਲਾਲ ਸਿੰਘ ਦੇ ਮਾਤਹਿਤ ਫਿਰੋਜ਼ਪੁਰ ਤੇ ਦੂਜਾ ਸਰਦਾਰ ਰਣਜੋਧ ਸਿੰਘ ਦੀ ਕਮਾਨ ਹੇਠਾਂ ਲੁਧਿਆਣੇ ਜਾ ਪੁੱਜਾ। ਜੇ ਦੋਵੇਂ ਪੈਂਦੀ ਸੱਟੇ ਹੱਲਾ ਬੋਲ ਦਿੰਦੇ ਤਾਂ ਪੰਜਾਬ ਦਾ ਇਤਿਹਾਸ ਅੱਜ ਕਿੰਨਾ ਹੋਰ ਸ਼ਬਦਾਂ 'ਚ ਲਿਖਿਆ ਹੁੰਦਾ। ਫਤਿਹ ਹਾਸਲ ਕਰਨ ਦਾ ਚੰਗਾ ਢੰਗ ਇਹ ਸੀ ਕਿ ਲਾਲ ਸਿੰਘ ਫਿਰੋਜ਼ਪੁਰ ਨੂੰ ਫਤਿਹ ਕਰਕੇ ਆਪਣੀ ਫੌਜ ਨੂੰ ਸਾਰੇ ਉੱਪਰਲੇ ਇਲਾਕੇ 'ਚ ਖਿਲਾਰ ਦਿੰਦਾ ਅਤੇ ਰਣਜੋਧ ਸਿੰਘ ਲੁਧਿਆਣਾ ਫਤਿਹ ਕਰਕੇ ਅੰਬਾਲੇ 'ਤੇ ਪੈਂਦਾ ਅਤੇ ਅਗਾਂਹ ਦਿੱਲੀ ਵੱਲੇ ਫੌਜ ਨੂੰ ਵਧਾ ਦਿੰਦਾ। ਇਸ ਤਰ੍ਹਾਂ ਪਿੱਛੋਂ ਆਉਣ ਵਾਲੀ ਅੰਗਰੇਜ਼ੀ ਫੌਜ 'ਤੇ ਸਮਾਨ ਜੋ ਦਿੱਲੀਓਂ ਆ ਰਿਹਾ ਸੀ ਲੁੱਟ ਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਮੁਦਕੀ ਅਤੇ ਫੇਰੂ ਸ਼ਹਿਰ ਦੇ ਪਿੜ ਨਾ ਪੈਂਦੇ। ਇਸ ਦਲੀਲ ਦੀ ਪ੍ਰੋੜਤਾ ਸਮਿਥ ਆਪਣੇ ਮੁੱਖ ਬੰਦ 'ਚ ਇਉਂ ਕਰਦਾ ਹੈ। ਜਦੋਂ ਰਣਜੋਧ ਸਿੰਘ ਚੁੱਪਚਾਪ ਲੁਧਿਆਣੇ ਕੋਲੋਂ ਸਤਲੁਜ ਟੱਪ ਗਿਆ ਸੀ ਅਤੇ ਖੱਬੇ ਪਾਸੇ ਦੀ ਲੰਘ ਕੇ ਸਾਡੇ ਪਿਛਲੇ ਪਾਸੇ ਆ ਗਿਆ ਸੀ, ਉਹਨੂੰ ਚਾਹੀਦਾ ਸੀ ਉਹ ਸਿੱਧਾ ਦਿੱਲੀ 'ਤੇ ਪੈਂਦਾ, ਬਜਾਏ ਇਹਦੇ ਕਿ ਉਹ ਪਹਿਲਾਂ ਤਾਂ ਬੱਦੋਵਾਲ ਦੇ ਮੋਰਚਿਆਂ 'ਚ ਵੜਦਾ, ਫਿਰ ਦਰਿਆ ਦੇ ਕੰਢੇ ਪਿਆ ਰਹਿੰਦਾ ਅਤੇ ਜੇ ਉਹ ਚਾਹੁੰਦਾ ਤਾਂ ਉਹਦੀ ਘੋੜਸਵਾਰ ਫੌਜ ਮੁਲਕ ਨੂੰ ਤਬਾਹ ਕਰ ਦਿੰਦੀ ਅਤੇ ਬਰਫ਼ ਦੇ ਗੋਲੇ ਵਾਂਗ ਖਿੱਲਰ ਜਾਂਦੀ। ਉਹ ਸੌਖਾ ਹੀ ਉਹਨਾਂ ਦਸਤਿਆਂ ਨੂੰ ਕੈਦੀ ਬਣਾ ਲੈਂਦਾ ਜੋ ਪਿੱਛੇ ਸੜਕ 'ਤੇ ਬਿਨਾਂ ਤਕੜਾਈ ਦੇ ਬਾਰੂਦ ਸਿੱਕੇ ਦੇ ਬੈਠੇ ਸਨ। ਸਮਿਥ ਇੰਟਰੋਡਕਸ਼ਨ। ਇਸੇ ਤਰ੍ਹਾਂ ਕਰਨ ਨਾਲ ਫਿਰੋਜ਼ਪੁਰ ਲੁਧਿਆਣੇ ਦੇ ਅਤੇ ਅੰਬਾਲੇ ਦਾ ਜੰਗੀ ਸਮਾਨ ਅਤੇ ਖਜ਼ਾਨਾ ਸਿੱਖਾਂ ਦੇ ਹੱਥ ਆ ਜਾਂਦਾ ਅਤੇ ਫਿਰ ਕੋਈ ਵੀ ਸ਼ਕਤੀ ਅੰਗਰੇਜ਼ਾਂ ਨੂੰ ਬਚਾ ਨਹੀਂ ਸੀ ਸਕਦੀ। ਪਰ ਇਹ ਕੁਝ ਤਾਂ ਹੁੰਦਾ ਜੇ ਸਿੱਖ ਫੌਜ ਦੇ ਲੀਡਰ ਦੇਸ਼ ਭਗਤ ਹੁੰਦੇ। ਉਹ ਅੰਗਰੇਜ਼ਾਂ ਨਾਲ ਲੜ ਕੇ ਫਤਿਹ ਹਾਸਲ ਕਰਨ ਵਾਸਤੇ ਨਹੀਂ, ਆਪਣੀ ਫੌਜ ਨੂੰ ਮਰਵਾਉਣ ਵਾਸਤੇ ਆਏ ਸੀ। ਉਹ ਤਾਂ ਆਏ ਹੀ ਇਹ ਧਾਰ ਕੇ ਸੀ ਕਿ आजवान तेगे कफन बांधे हुए जाता हूँ मैं, उज़र मेरे कत्ल करने में वो अब लाएंगे क्या। ਮੈਕਗ੍ਰੇਗਰ ਬਿਲਕੁਲ ਸਾਫ਼ ਲਿਖਦਾ ਹੈ, ਸਿੱਖ ਲੀਡਰ ਆਪਣੀ ਫੌਜ ਨੂੰ ਮਰਵਾਉਣਾ ਚਾਹੁੰਦੇ ਸੀ, ਇਲਾਕੇ ਉੱਤੇ ਕਬਜ਼ਾ ਕਰਨ ਦੀ ਇੱਛਾ ਨਹੀਂ ਸੀ ਰੱਖਦੇ। ਦੱਸੋ, ਜੋ ਲੜਾਈ ਇਹੋ ਜਿਹੀ ਧਾਰਨਾ ਧਾਰ ਕੇ ਲੜੀ ਜਾਏ ਉਹਦੇ ਹਾਰਨ 'ਚ ਕਿੰਨਾ ਕੁ ਫਰਕ ਹੁੰਦਾ ਹੈ। ਸਿੱਖ ਸਿਪਾਹੀ ਬਾਰ-ਬਾਰ ਜ਼ੋਰ ਦਿੰਦੇ ਰਹੇ ਕਿ ਫਿਰੋਜ਼ਪੁਰ 'ਤੇ ਹਮਲਾ ਕੀਤਾ ਜਾਏ, ਪਰ ਲਾਲ ਸਿੰਘ ਉਹਨਾਂ ਨੂੰ ਟਾਲੀ ਜਾਂਦਾ ਰਿਹਾ। ਜਦ ਖਾਲਸਾ ਫੌਜ ਆਪੇ ਤੋਂ ਬਾਹਰ ਹੋ ਗਈ ਕਿਉਂਕਿ ਉਹ ਛੇਤੀ ਤੋਂ ਛੇਤੀ ਦੁਸ਼ਮਣ ਨਾਲ ਲੜਨਾ ਚਾਹੁੰਦੀ ਸੀ ਤਾਂ ਲਾਲ ਸਿੰਘ ਉਹਨਾਂ ਨੂੰ ਨਾਲ ਲੈ ਕੇ ਮੁਦਕੀ ਨੂੰ ਤੁਰ ਪਿਆ। ਲਾਲ ਸਿੰਘ ਦਾ ਇੰਨਾ ਚਿਰ ਲਾਉਣਾ ਅੰਗਰੇਜ਼ ਦੀ ਖੁਸ਼ਕਿਸਮਤੀ ਸੀ। ਜੇ ਹਮਲਾ ਪਹਿਲਾਂ ਹੋ ਜਾਂਦਾ, ਅੰਗਰੇਜ਼ਾਂ ਕੋਲ ਖੁਰਾਕ, ਬਾਰੂਦ, ਭਾਰ ਢੋਣ ਵਾਸਤੇ ਗੱਡੇ, ਹਸਪਤਾਲ ਦਾ ਸਮਾਨ ਅਤੇ ਹੋਰ ਕਈ ਲੋੜੀਂਦੀਆਂ ਚੀਜ਼ਾਂ ਨਹੀਂ ਸਨ ਅਤੇ ਇਹ ਚੀਜ਼ਾਂ ਦਿੱਲੀ, ਆਗਰਾ ਜਾਂ ਹੋਰ ਦੁਰਾਡੀਆਂ ਥਾਵਾਂ ਤੋਂ ਮਿਲ ਸਕਦੀਆਂ ਸੀ। ਸਿੱਖ ਉਸ ਵੇਲੇ ਅੰਗਰੇਜ਼ਾਂ ਦੇ ਸਾਹਮਣੇ ਗਏ ਜਦੋਂ ਲੜਨ ਵਾਸਤੇ ਤਿਆਰ ਹੋ ਗਏ। ਇਸ ਤੋਂ ਪਹਿਲਾਂ ਸਿੱਖਾਂ ਅਤੇ ਅੰਗਰੇਜ਼ਾਂ ਇੱਕ ਦੂਜੇ 'ਤੇ ਹੱਥ ਨਹੀਂ ਸਨ ਡਿੱਠੇ। ਅੰਗਰੇਜ਼ ਅਫਸਰ ਅਤੇ ਹਿੰਦੁਸਤਾਨੀ ਸਿਪਾਹੀ ਇਸ ਲੜਾਈ ਨੂੰ ਕੋਈ ਔਖੀ ਅਤੇ ਲੰਮੀ ਦੁਖਦਾਈ ਮੁਹਿੰਮ ਨਹੀਂ ਸੀ ਸਮਝਦੇ। ਉਹਨਾਂ ਦਾ ਖਿਆਲ ਸੀ ਕਿ ਐਵੇਂ ਮਾੜੀ ਜਿਹੀ ਠਾਹ-ਠੂਹ ਕਰਨ ਨਾਲ ਹੀ ਇਹ ਜੰਗ ਜਿੱਤੀ ਜਾਏਗੀ। ਉਹ ਸਿੱਖਾਂ ਨੂੰ ਗੱਪੀ ਅਤੇ ਕਮਦਿਲੇ ਸਮਝਦੇ ਸੀ, ਪਰ ਇਸ ਪਹਿਲੀ ਲੜਾਈ ਨੇ ਸਾਰਾ ਚਾਨਣ ਕਰ ਦਿੱਤਾ ਕਿ ਸਿੱਖ ਕਮਦਿਲ ਹਨ ਜਾਂ ਸਿਰਲੱਥ ਬਹਾਦਰ। ਮੁਦਕੀ ਦੀ ਰੇਤਲੀ ਧਰਤੀ ਨੂੰ ਬਹਾਦਰਾਂ ਦੇ ਲਹੂ ਨਾਲ ਸਿੰਜਣ ਵਾਸਤੇ 18 ਦਸੰਬਰ 1845 ਦਾ ਦਿਨ ਆ ਗਿਆ। ਇੱਕ ਪਾਸੇ 11,000 ਅੰਗਰੇਜ਼ੀ ਫੌਜ, ਇੱਕ ਪਾਸੇ ਇੰਨੀ ਕੋਈ ਸਿੱਖ ਫੌਜ ਆਪਸ 'ਚ ਭਿੜਨ ਵਾਸਤੇ ਤਿਆਰ ਖੜੀਆਂ। ਅੰਗਰੇਜ਼ਾਂ ਨੇ ਮੋਰਚਾਬੰਦੀ ਇਸ ਤਰ੍ਹਾਂ ਕੀਤੀ, ਵਿਚਕਾਰ ਗਿਲਬਰਟ ਦਾ ਡਿਵੀਜ਼ਨ, ਸੱਜੇ ਹੱਥ ਸਰ ਹੈਰੀ ਸਮਿਥ ਦਾ ਡਿਵੀਜ਼ਨ ਅਤੇ ਖੱਬੇ ਪਾਸੇ ਮੈਕਾਸਕਿਲ ਦਾ ਡਿਵੀਜ਼ਨ। ਵਿਚਕਾਰ ਤੋਪਖਾਨਾ, ਸੱਜੇ ਹੱਥ ਅਗਲੀ ਪਾਲ ਵਿੱਚ ਬ੍ਰਿਗੇਡੀਅਰ ਗੱਫ ਅਤੇ ਵਾਈਟ ਰਸਾਲੇ ਸਣੇ ਅਤੇ ਖੱਬੇ ਹੱਥ ਬ੍ਰਿਗੇਡੀਅਰ ਮੈਕਟੀਅਰ ਰਸਾਲੇ ਅਤੇ ਨੇਜ਼ਿਆਂ ਵਾਲਿਆਂ ਸਣੇ। ਦੂਜੀ ਪਾਲ 'ਚ ਪੈਦਲ ਸਨ ਸੱਜੇ ਹੱਥ ਬ੍ਰਿਗੇਡੀਅਰ ਵ੍ਹੀਲਰ ਅਤੇ ਬ੍ਰਿਗੇਡੀਅਰ ਬੋਲਟਨ ਅਤੇ ਖੱਬੇ ਹੱਥ ਬ੍ਰਿਗੇਡੀਅਰ ਵਾਲਸ। ਸਾਰੀ ਫੌਜ ਦਾ ਸੈਨਾਪਤੀ ਸਰ ਹਿਊ ਗੱਫ ਸੀ। ਦੂਜੇ ਪਾਸੇ ਸੈਨਾਪਤੀ ਲਾਲ ਸਿੰਘ, ਜਿਹਦੇ ਮਾਤਹਿਤ ਜਰਨੈਲ ਅਯੁੱਧਿਆ ਪ੍ਰਸਾਦ, ਅਮਰਨਾਥ ਬਖਸ਼ੀ ਕਨ੍ਹਈਆ ਲਾਲ, ਸਰਦਾਰ ਚਤਰ ਸਿੰਘ ਕਾਲਿਆਂਵਾਲਾ, ਸਰਦਾਰ ਰਾਮ ਸਿੰਘ, ਸਰਦਾਰ ਬੁੱਧ ਸਿੰਘ ਸਨ। 10-12 ਹਜ਼ਾਰ ਫੌਜ, ਜਿਸ 'ਚ 4,000 ਡੋਗਰੇ ਅਤੇ ਮੁਸਲਮਾਨ ਸਨ, ਜੋ ਲਾਲ ਸਿੰਘ ਦੀ ਨਿੱਜੀ ਫੌਜ ਸੀ, ਅਤੇ 22 ਤੋਪਾਂ ਸਣੇ ਤਿਆਰ ਖਲਾ ਸੀ। ਲੜਾਈ ਦੇ ਬਿਗਲ ਵੱਜੇ, ਧੌਂਸਿਆਂ 'ਤੇ ਚੋਟਾਂ ਲੱਗੀਆਂ। ਇੱਕ ਪਾਸਿਓਂ ਅੰਗਰੇਜ਼ਾਂ ਦਾ ਯੂਨੀਅਨ ਜੈਕ ਕੌਮੀ ਝੰਡਾ, ਦੂਜੇ ਪਾਸਿਓਂ ਸਿੱਖਾਂ ਦਾ ਕੇਸਰੀ ਝੰਡਾ ਮੈਦਾਨ 'ਚ ਲਹਿਰਾਏ। ਦੋਹਾਂ ਪਾਸਿਆਂ ਤੋਂ ਤੋਪਾਂ ਦੀ ਛਲਕ ਹੋਈ ਅਤੇ ਸੂਰਮੇ ਸ਼ਹੀਦੀ ਬਾਟੇ ਛਕਣ ਲੱਗੇ। ਪਲਾਂ 'ਚ ਮੁਦਕੀ ਦੇ ਖੇਤ ਲਹੂ ਨਾਲ ਰੰਗੇ ਗਏ। ਚਾਰ ਚੁਫੇਰੇ ਲੋਥਾਂ ਦੇ ਢੇਰ ਲੱਗ ਗਏ। ਅੰਗਰੇਜ਼ ਅਫਸਰ ਅੱਗੇ ਹੋ ਕੇ
ਆਪਣੀ ਫੌਜ ਨੂੰ ਲੜਾ ਰਹੇ ਸੀ, ਪਰ ਦੂਜੇ ਪਾਸੇ ਸਿੱਖ ਜਰਨੈਲ ਆਪਣੇ ਫਰਜ਼ਾਂ ਨੂੰ ਭੁੱਲਦੇ ਜਾ ਰਹੇ ਸੀ। ਸਿੱਖਾਂ ਤੇ ਅੰਗਰੇਜ਼ਾਂ ਦੀ ਇਹ ਪਹਿਲੀ ਮੁੱਠਭੇੜ ਸੀ। ਅੰਗਰੇਜ਼ੀ ਫੌਜ ਨੇ ਉਸ ਜੋਸ਼ ਨਾਲ ਹੱਲਾ ਕੀਤਾ ਜਿਸ ਨਾਲ ਉਹਨੇ ਹਿੰਦੁਸਤਾਨ ਦੇ ਕਈ ਰਜਵਾੜੇ ਫਤਿਹ ਕੀਤੇ ਸੀ, ਪਰ ਛੇਤੀ ਪਤਾ ਲੱਗ ਗਿਆ ਕਿ ਐਤਕੀ ਬਰਾਬਰ ਦੇ ਬਹਾਦਰਾਂ ਨਾਲ ਵਾਹ ਪਿਆ ਹੈ। ਖਾਲਸਾ ਫੌਜ ਨੇ ਹੱਲੇ ਦਾ ਉੱਤਰ ਹੱਲੇ 'ਚ ਦਿੱਤਾ। ਅੰਗਰੇਜ਼ੀ ਫੌਜ ਲੋਹੇ ਦੀ ਕੰਧ ਨਾਲ ਟੱਕਰ ਖਾ ਕੇ ਪਿੱਛੇ ਹਟੀ ਸੀ ਜਦ ਸਿੱਖਾਂ ਨੇ ਉੱਤੇ ਸ਼ੇਰਵਾਈ ਹੱਲਾ ਬੋਲ ਦਿੱਤਾ। ਇਸ ਭੁੱਖੇ ਸ਼ੀਆਂ ਦੇ ਵਾਰ ਅੱਗੇ ਅੰਗਰੇਜ਼ੀ ਫੌਜ ਅੜ ਨਾ ਸਕੀ। ਉਹਦਾ ਇੱਕ ਹਿੱਸਾ ਨੱਸ ਕੇ ਆਪਣੇ ਬ੍ਰਿਗੇਡ ਦੇ ਪਿਛਲੇ ਪਾਸੇ ਜਾ ਲੁਕਿਆ। ਇਹ ਵੇਖ ਕੇ ਲਾਲ ਸਿੰਘ ਸਹਾਰ ਨਾ ਸਕਿਆ। ਉਹਨੂੰ ਕਦੇ ਪ੍ਰਵਾਨ ਨਹੀਂ ਸੀ ਕਿ ਸਿੱਖ ਜਿੱਤ ਜਾਣ। ਉਹ ਆਪਣੇ 4000 ਡੋਗਰਾ ਤੇ ਮੁਸਲਮਾਨ ਫੌਜ ਸਣੇ ਮੈਦਾਨ 'ਚੋਂ ਨੱਸ ਪਿਆ ਤੇ ਬਾਕੀ ਫੌਜ ਨੂੰ ਨੱਸ ਆਉਣ ਦਾ ਹੁਕਮ ਦੇ ਆਇਆ। ਉਹਦੇ ਪਿੱਛੇ ਪਿੱਛੇ ਕਨ੍ਹੱਈਆ ਲਾਲ, ਅਯੁੱਧਿਆ ਪ੍ਰਸਾਦ ਤੇ ਅਮਰਨਾਥ ਆਦਿ ਅਫਸਰ ਵੀ ਨੱਸ ਤੁਰੇ। ਸਿੱਖਾਂ ਦੇ ਜਰਨੈਲ ਨੱਸ ਗਏ, ਪਰ 6-7 ਹਜ਼ਾਰ ਖਾਲਸਾ ਸਿਪਾਹੀ ਮੈਦਾਨ 'ਚ ਡਟੇ ਰਹੇ। ਸੈਨਾਪਤੀ ਗੱਫ ਤੇ ਲਾਰਡ ਹਾਰਡਿੰਗ ਵੇਖ ਕੇ ਹੈਰਾਨ ਰਹਿ ਗਏ ਕਿ ਲੜਾਉਣ ਵਾਲਾ ਅਫਸਰ ਕੋਈ ਨਹੀਂ, ਪਰ ਸਿਪਾਹੀ ਕਿਸੇ ਅਥਾਹ ਜੋਸ਼ 'ਚ ਜਾਨਾਂ ਲੜਾ ਰਹੇ। ਸੂਰਜ ਛਿਪ ਗਿਆ, ਪੈਰੋ ਪੈਰ ਰਾਤ ਦਾ ਹਨੇਰਾ ਵੱਧ ਰਿਹਾ ਸੀ। ਅੰਗਰੇਜ਼ ਜਰਨੈਲ ਹੱਲੇ ਤੇ ਹੱਲਾ ਕਰਦੇ ਤੇ ਸਿੱਖ ਫੌਜ ਦੂਣੇ ਬਲ ਨਾਲ ਉਹਨਾਂ ਨੂੰ ਪਿੱਛਾਂ ਹਟਾ ਦਿੰਦੀ। ਇਸ ਜੰਗ ਵਿੱਚ ਸਿੱਖਾਂ ਦੇ ਹੱਥ ਵੇਖ ਕੇ ਅੰਗਰੇਜ਼ੀ ਫੌਜ ਆਪਣੇ ਹੋਸ਼ ਭੁਲਾ ਬੈਠੀ ਤੇ ਖਾਲਸੇ ਦੀ ਬੀਰਤਾ ਉੱਤੇ ਮੋਹੀ ਗਈ। ਕਈਆਂ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਅੰਗਰੇਜ਼ੀ ਫੌਜ ਦੇ ਕੁਝ ਬੰਦਿਆਂ ਨੇ ਘਬਰਾ ਕੇ ਆਪਸ 'ਚ ਗੋਲੀਆਂ ਚਲਾਉਣੀਆਂ ਆਰੰਭ ਦਿੱਤੀਆਂ। 4 ਘੜੀ ਰਾਤ ਗਈ, ਲਾਰਡ ਹਾਰਡਿੰਗ ਆਪ ਮੈਦਾਨ 'ਚ ਆ ਗਿਆ। ਉਹਦੇ ਆਉਣ ਨਾਲ ਜੰਗ ਦਾ ਪਾਸਾ ਪਲਟ ਗਿਆ। ਅੰਗਰੇਜ਼ੀ ਫੌਜ ਦੇ ਹੌਸਲੇ ਵੱਧ ਗਏ ਤੇ ਸਿੱਖ ਫੌਜ ਨੇ ਹੌਲੀ ਹੌਲੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਯੁੱਧ ਨੇਤਾ ਵੇਖ ਕੇ ਦੰਗ ਰਹਿ ਗਏ। ਸਿੱਖ ਪਿੱਛੇ ਹਟਦੇ ਹੋਏ ਵੀ ਤਿੱਤਰ ਬਿੱਤਰ ਨਹੀਂ ਹੋਏ। ਸਿੱਖਾਂ ਨੂੰ ਹਨੇਰੇ ਨੇ ਆਪਣੀ ਬੁੱਕਲ 'ਚ ਲੁਕਾ ਲਿਆ ਤੇ ਲੜਾਈ ਸਮਾਪਤ ਹੋਈ। ਅੰਗਰੇਜ਼ਾਂ ਦਾ ਹੌਸਲਾ ਨਾ ਪਿਆ ਕਿ ਸਿੱਖਾਂ ਦਾ ਵਧੇਰੇ ਪਿੱਛਾ ਕਰਦੇ, ਸਗੋਂ ਸਾਰੀ ਰਾਤ ਭੈ ਰਿਹਾ ਕਿ ਸਿੱਖ ਪਰਤ ਕੇ ਫੇਰ ਨਾ ਆ ਪੈਣ। ਇਸ ਲੜਾਈ ਨੇ ਸਾਬਤ ਕਰ ਦਿੱਤਾ ਕਿ ਸਿੱਖ ਉਹਨਾਂ ਸਾਰੀਆਂ ਫੌਜਾਂ ਨਾਲੋਂ ਚੰਗੇ ਸਿਪਾਹੀ ਹਨ ਜਿਨ੍ਹਾਂ ਨਾਲ ਹਿੰਦੁਸਤਾਨੀ ਅੰਗਰੇਜ਼ੀ ਫੌਜ ਨੂੰ ਅਜੇ ਤੱਕ ਲੜਨਾ ਪਿਆ। ਸਾਰੀ ਰਾਤ ਅੰਗਰੇਜ਼ੀ ਫੌਜ ਨੇ ਮੋਰਚਿਆਂ ਵਿੱਚ ਹੀ ਕੱਟੀ। ਦਿਨ ਚੜ੍ਹੇ ਖਾਲੀ ਮੈਦਾਨ ਵੇਖ ਕੇ ਅੰਗਰੇਜ਼ਾਂ ਨੇ ਫਤਿਹ ਦੇ ਵਾਜੇ ਵਜਾਏ। ਮੈਦਾਨ 'ਚ ਸੁੰਨੀਆਂ ਪਈਆਂ ਸਿੱਖਾਂ ਦੀਆਂ 17 ਤੋਪਾਂ ਅੰਗਰੇਜ਼ਾਂ ਦੇ ਹੱਥ ਆਈਆਂ। ਇਹ ਫਤਿਹ ਬੜੇ ਮਹਿੰਗੇ ਮੁੱਲ ਪਈ। ਸਰ ਰੌਬਰਟ ਸੇਲ, ਸਰ ਜੌਨ ਮੈਕਸਕਿਲ, ਬ੍ਰਿਗੇਡੀਅਰ ਬੋਲਟਨ ਮਾਰੇ ਗਏ। ਕੁੱਲ ਨੁਕਸਾਨ 13 ਅੰਗਰੇਜ਼ ਅਫਸਰ, 2 ਦੇਸੀ ਅਫਸਰ ਤੇ 200 ਸਿਪਾਹੀ ਮਾਰੇ ਗਏ। 39 ਅੰਗਰੇਜ਼ ਅਫਸਰ, 9 ਦੇਸੀ ਅਫਸਰ ਤੇ 600 ਸਿਪਾਹੀ ਜ਼ਖਮੀ ਹੋਏ। ਇੰਨੀ ਕੋਈ ਨੁਕਸਾਨ ਸਿੱਖਾਂ ਦਾ ਹੋਇਆ। ਜੇ ਕਦੇ ਸਿੱਖਾਂ ਦੇ ਜਰਨੈਲ ਦੇਸ਼ ਭਗਤ ਹੁੰਦੇ ਤਾਂ ਫਿਰ ਕੀ ਹੁੰਦਾ, ਕਹੇ ਬਿਨਾਂ ਹੀ ਪ੍ਰਗਟ ਹੈ। ਕਰਨਲ ਮੈਲੀਸਨ ਤਾਂ ਇਸ ਫਤਿਹ ਨੂੰ ਫਤਿਹ ਹੀ ਨਹੀਂ ਮੰਨਦਾ। ਉਹ ਲਿਖਦਾ ਕਿ ਇਸ 'ਚ ਸ਼ੱਕ ਹੈ ਕਿ ਫਤਿਹ ਨੇ ਬਿਲਕੁਲ ਅੰਗਰੇਜ਼ਾਂ ਦੇ ਕਦਮ ਚੁੰਮੇ ਹੋਣ। ਕਪਤਾਨ ਕਨਿੰਘਮ ਲਿਖਦਾ ਕਿ ਅੰਗਰੇਜ਼ਾਂ ਦੀ ਇਹ ਫਤਿਹ ਉਹਨਾਂ ਦੀਆਂ ਹੋਰ ਜਿੱਤਾਂ ਵਾਂਗ ਪੂਰੀ ਨਹੀਂ ਸੀ। ਅੰਗਰੇਜ਼ਾਂ ਦੀ ਘਬਰਾਹਟ ਦਾ ਪਤਾ ਉਹਨਾਂ ਦੇ ਉਸ ਦਿਨ ਦੇ ਕੰਮ ਤੋਂ ਲੱਗ ਜਾਂਦਾ ਹੈ। ਉਹ ਸਭ ਤੋਂ ਪਹਿਲਾਂ ਸਰ ਜੌਨ ਲਿਟਲਰ ਦੀ ਫੌਜ ਨਾਲ ਮਿਲਣ ਵਾਸਤੇ ਉਤਾਵਲੇ ਸੀ। ਅਫਸਰਾਂ ਨੂੰ ਡਰ ਸੀ ਕਿ ਨਵੀਂ ਫੌਜ ਦੀ ਮਦਦ ਤੋਂ ਬਿਨਾਂ ਇਹ ਫੌਜ ਸਿੱਖਾਂ ਨਾਲ ਲੜਨ ਵਾਸਤੇ ਤਿਆਰ ਨਹੀਂ ਹੋਏਗੀ। ਜਿੱਥੇ ਬਾਕੀ ਸਾਰੇ ਅਫਸਰ ਘਬਰਾਏ ਸਨ, ਉੱਥੇ ਮੇਜਰ ਬਰਾਡਫੁੱਟ ਕਹਿ ਰਿਹਾ ਸੀ, ਤੁਹਾਨੂੰ ਘੱਟ ਤੋਂ ਘੱਟ ਇੱਕ ਹੋਰ ਸਖਤ ਲੜਾਈ ਵਾਸਤੇ ਤਿਆਰ ਰਹਿਣਾ ਚਾਹੀਏ। ਉਹਨੂੰ ਲਾਲ ਸਿੰਘ ਤੇ ਤੇਜ ਸਿੰਘ ਦੀ ਕੌਮੀ ਗੱਦਾਰੀ 'ਤੇ ਯਕੀਨ ਸੀ। ਉਸ ਨਾਲ ਉਹਨਾਂ ਦਾ ਚਿੱਠੀ ਪੱਤਰ ਜੋ ਸੀ। ਇਸ ਲੜਾਈ ਪਿੱਛੋਂ ਲੈਫਟੀਨੈਂਟ ਬਿਡਲਫ ਭੁੱਲਿਆ ਹੋਇਆ ਸਿੱਖਾਂ ਦੇ ਕਾਬੂ ਆ ਗਿਆ ਤਾਂ ਸਿੱਖ ਸਰਦਾਰਾਂ ਨੇ ਆਪਣੇ ਸਿਪਾਹੀ ਨਾਲ ਦੇ ਕੇ ਉਹਨੂੰ ਅੰਗਰੇਜ਼ੀ ਛਾਉਣੀ 'ਚ ਪਹੁੰਚਾ ਦਿੱਤਾ। ਲਾਰਡ ਹਾਰਡਿੰਗ ਸਿੱਖਾਂ ਦੇ ਇਸ ਕਰਤੱਵ 'ਤੇ ਇੰਨਾ ਮੋਹਿਆ ਗਿਆ, ਉਹਨੇ ਬਿਡਲਫ ਨੂੰ ਫਿਰ ਜੰਗ 'ਚ ਨਹੀਂ ਜਾਣ ਦਿੱਤਾ। ਕੁਝ ਹੋਰ ਅੰਗਰੇਜ਼ ਰਾਹੋਂ ਭੁੱਲ ਕੇ ਸਿੱਖ ਛਾਉਣੀ 'ਚ ਚਲੇ ਗਏ ਤਾਂ ਸਿੱਖ ਸਰਦਾਰ ਨੇ ਉਹਨਾਂ ਨੂੰ ਰਾਹ ਖਰਚ ਲਈ ਰੁਪਏ ਦੇ ਕੇ ਅੰਗਰੇਜ਼ੀ ਛਾਉਣੀ 'ਚ ਪਹੁੰਚਾ ਦਿੱਤਾ। ਮੁਦਕੀ ਦੇ ਮੈਦਾਨ 'ਚੋਂ ਨੱਸ ਕੇ ਕੁਝ ਸਿੱਖ ਤਾਂ ਦਰਿਆਓਂ ਪਾਰ ਚਲੇ ਗਏ ਤੇ ਕੁਝ ਤੇਜ ਸਿੰਘ ਦੀ ਫੌਜ ਵਿੱਚ ਆ ਮਿਲੇ। 20 ਦਸੰਬਰ ਨੂੰ ਫੇਰੂ ਸ਼ਹਿਰ ਤੇ ਸੁਲਤਾਨ ਖਾਂ ਵਾਲਾ ਕੋਲ ਖਾਲਸਾ ਫੌਜਾਂ ਆ ਇਕੱਠੀਆਂ ਹੋਈਆਂ। ਫਿਰ ਸ਼ਹਿਰ ਨੇੜੇ ਸਿੱਖਾਂ ਨੇ ਘੋੜਸੁੰਬਾ ਮੋਰਚਾ ਬਣਾਇਆ, ਜਿਹਦਾ ਵਿਚਲਾ ਹਿੱਸਾ ਦੱਖਣ ਨੂੰ ਅਗਾਂਹ ਵਧਿਆ ਹੋਇਆ ਸੀ। ਇਹ ਮੋਰਚਾ ਅੱਧ ਮੀਲ ਚੌੜਾ ਤੇ ਮੀਲ ਤੋਂ ਵਧੇਰੇ ਲੰਮਾ ਸੀ। ਇਸ 'ਚ 100 ਤੋਪਾਂ, 8-10 ਹਜ਼ਾਰ ਰਸਾਲਾ ਤੇ 12 ਰੈਜੀਮੈਂਟਾਂ, 8-9 ਹਜ਼ਾਰ ਪੈਦਲ ਫੌਜ ਮਿਸਰ ਲਾਲ ਸਿੰਘ ਦੀ ਕਮਾਨ ਹੇਠ ਅੰਗਰੇਜ਼ਾਂ ਦੀ ਉਡੀਕ ਕਰ ਰਹੀ ਸੀ। 19 ਦਸੰਬਰ ਨੂੰ ਸਬਾਥੂ ਤੇ ਕਸੌਲੀ ਦੀ ਫੌਜ ਵੀ ਮੁਦਕੀ 'ਚ ਸੈਨਾਪਤੀ ਗੱਫ ਨੂੰ ਆ ਮਿਲੀ।
ਛੇਤੀ ਤੋਂ ਛੇਤੀ ਸਰ ਲਿਟਲਰ ਦੀ ਫੌਜ ਨੂੰ ਮਿਲਣਾ ਚਾਹੁੰਦੀ ਸੀ। ਜ਼ਖਮੀਆਂ ਨੂੰ ਮੁਦਕੀ ਛੱਡ ਕੇ ਉਹਨੇ ਮਿਸਰੀ ਵਾਲੇ ਵੱਲ ਕੂਚ ਕੀਤਾ। ਇਸ ਗੱਲ ਦਾ ਖਾਸ ਖਿਆਲ ਰੱਖਿਆ ਗਿਆ ਕਿ ਸਿੱਖਾਂ ਦੇ ਮੋਰਚੇ ਤੋਂ ਪਾਸੇ ਦੱਖਣ ਵੱਲ ਹੋ ਕੇ ਜਾਇਆ ਜਾਏ। ਫਿਰੋਜ਼ਪੁਰ 20 ਦਸੰਬਰ ਰਾਤ ਨੂੰ ਲਿਟਲਰ ਨੂੰ ਹੁਕਮ ਮਿਲਿਆ। 21 ਸਵੇਰੇ 8 ਵਜੇ ਉੱਥੋਂ ਤੁਰ ਪਿਆ। ਦੁਪਹਿਰ ਤੱਕ ਦੋਵੇਂ ਦਲ ਮਿਸਰੀ ਵਾਲੇ ਆ ਮਿਲੇ। ਮੁਦਕੀ ਫੌਜ ਦੇ ਅਫਸਰ ਸਿੱਖਾਂ ਦੇ ਇਸ ਬਹਾਦਰਾਨਾ ਚੱਲਣ ਨੂੰ ਵੇਖ ਕੇ ਯਕੀਨ ਰੱਖਦੇ ਸਨ ਕਿ ਉਹਨਾਂ ਦੀ ਫੌਜ 21 ਦਸੰਬਰ ਨੂੰ ਲੜੇਗੀ ਨਹੀਂ। ਇਸ ਗੱਲ ਉੱਤੇ ਸਾਰੇ ਰਾਹ ਵਿਚਾਰ ਹੁੰਦੀ ਆਈ। ਨਵੀਂ ਲਿਟਲਰ ਦੀ ਫੌਜ ਮਿਲਣ ਕਰਕੇ ਫਿਰ ਨਵਾਂ ਉਤਸ਼ਾਹ ਪੈਦਾ ਹੋ ਗਿਆ। ਮਿਲ ਜੁਲ ਕੇ ਅੰਗਰੇਜ਼ੀ ਫੌਜ 18,000 ਹੋ ਗਈ, ਜਿਸ ਕੋਲ 65 ਤੋਂ ਵੱਧ ਤੋਪਾਂ ਸਨ ਤੇ ਸੈਨਾਪਤੀ ਗੱਫ ਨੇ ਆਪਣੀ ਫੌਜ ਨੂੰ ਇਸ ਤਰ੍ਹਾਂ ਖਲਾ ਕੀਤਾ। ਖੱਬੇ ਹੱਥ ਲਹਿੰਦੇ ਪਾਸੇ ਸਰ ਲਿਟਲਰ, ਸੱਜੇ ਹੱਥ ਜਨਰਲ ਹੈਰੀ ਸਮਿਥ ਤੇ ਵਿਚਕਾਰ ਜਨਰਲ ਗਿਲਬਰਟ। ਵਿਚਲੇ ਹਿੱਸੇ ਵਿੱਚ ਹੀ ਗੱਫ ਤੇ ਲਾਰਡ ਹਾਰਡਿੰਗ ਸਨ। ਇਹ ਫੌਜ ਸਿੱਖਾਂ ਤੋਂ ਦੱਖਣ ਦੀ ਬਾਹੀ ਪਹਾੜ ਨੂੰ ਮੂੰਹ ਕਰਕੇ ਖੜੀ ਸੀ। ਲਾਰਡ ਹਾਰਡਿੰਗ ਨੇ ਆਪਣੀਆਂ ਫੌਜ ਦਾ ਉਤਸ਼ਾਹ ਵਧਾਉਣ ਬਦਲੇ ਗਵਰਨਰ ਜਨਰਲ ਦੇ ਉੱਚੇ ਅਹੁਦੇ ਦੀ ਪਰਵਾਹ ਨਾ ਕਰਦਿਆਂ ਹੋਇਆਂ ਸੈਨਾਪਤੀ ਗੱਫ ਦੇ ਮਾਤਹਿਤ ਕਪਤਾਨ ਛੋਟਾ ਸੈਨਾਪਤੀ ਬਣਨਾ ਪ੍ਰਵਾਨ ਕੀਤਾ। ਦੋਹਾਂ ਧਿਰਾਂ ਨੇ ਮੋਰਚਾਬੰਦੀ ਠੀਕ ਕਰ ਲਈ। ਤੋਪਾਂ ਥੜਿਆਂ ਤੇ ਬੀੜੀਆਂ ਗਈਆਂ। ਸਿਪਾਹੀ ਮਰ ਮਿਟਣ ਵਾਸਤੇ ਅਫਸਰਾਂ ਦੇ ਹੁਕਮ ਦੀ ਉਡੀਕ 'ਚ ਤਿਆਰ ਹੋ ਖਲੇ। ਇਹ ਤਿਆਰੀਆਂ ਕਰਦਿਆਂ ਕਰਾਉਂਦਿਆਂ 1 ਘੰਟਾ ਦਿਨ ਰਹਿ ਗਿਆ। 21 ਦਸੰਬਰ ਦੇ ਸੂਰਜ ਦਾ ਤੇਜ ਪੈਰੋ ਪੈਰ ਘਟ ਰਿਹਾ ਸੀ। ਜਾਂ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਪਲੀਤੇ ਲਾਏ, ਉੱਧਰੋਂ ਸਿੱਖਾਂ ਦੀਆਂ ਤੋਪਾਂ ਵੀ ਅੱਗ ਉਗਲਣ ਲੱਗ ਪਈਆਂ। ਮਾਵਾਂ ਦੇ ਨੌ ਨਿਹਾਲ ਸਦਾ ਦੀ ਨੀਂਦ ਸੌਣ ਲੱਗੇ। ਅੰਗਰੇਜ਼ਾਂ ਦੀ ਪਹਿਲੀ ਪਾਲ ਅੱਗੇ ਵਧਦੀ ਸਿੱਖਾਂ ਦੇ ਮੋਰਚੇ ਤੋਂ 300 ਗਜ਼ ਦੀ ਵਿੱਥ 'ਤੇ ਆ ਗਈ। ਅੰਗਰੇਜ਼ੀ ਤੋਪਾਂ ਨੇ ਕਹਿਰ ਦੀ ਅੱਗ ਵਸਾਈ। ਸਿੱਖਾਂ ਦੀਆਂ ਤੋਪਾਂ ਨੇ ਅੱਗੋਂ ਦੂਣੇ ਬਲ ਨਾਲ ਜਵਾਬ ਦਿੱਤਾ। ਸਰ ਲਿਟਲਰ ਦੀ ਫੌਜ ਅੱਗੇ ਵਧੀ ਤੇ ਉਹਦੀ ਥਾਂ ਵਾਲਸ ਦੀ ਫੌਜ ਨੇ ਆ ਸੰਭਾਲੀ। ਅੰਗਰੇਜ਼ੀ ਦਸਤੇ ਸਿੱਖਾਂ ਦੇ ਮੋਰਚਿਆਂ ਤੱਕ ਪਹੁੰਚ ਗਏ, ਪਰ ਸਿੱਖ ਜ਼ਰਾ ਨਾ ਘਬਰਾਏ, ਸਗੋਂ ਵਧੇਰੇ ਜੋਸ਼ ਨਾਲ ਗੋਲਾਬਾਰੀ ਕਰਨ ਲੱਗੇ। ਹਰੀ ਸਮਿਥ ਦੀ ਫੌਜ ਬਿਜਲੀ ਵਾਂਗ ਗਰਜ ਕੇ ਸਿੱਖਾਂ 'ਤੇ ਜਾ ਪਈ। 6 ਤੋਪਾਂ ਖੋਹ ਲਈਆਂ। ਲਾਗੇ ਹੀ ਮਾਨਾਂ ਵਾਲੀਆਂ 4 ਪਲਟਨਾਂ ਖੜੀਆਂ ਸੀ। ਉਹਨਾਂ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਉਸ ਤੂਫਾਨ ਵਾਂਗ ਵੱਧਦੀ ਫੌਜ 'ਤੇ ਹੱਲਾ ਬੋਲ ਦਿੱਤਾ। ਉਹਨਾਂ ਆਪਣੇ 6 ਤੋਪਾਂ ਵਾਪਸ ਲੈ ਲਈਆਂ। ਪਹਿਲੇ ਟਿਕਾਣੇ ਬੀੜ ਕੇ ਅੰਗਿਆਰ ਬਰਸਾਉਣੇ ਸ਼ੁਰੂ ਕਰਤੇ। ਹੁਣ ਅੰਗਰੇਜ਼ੀ ਫੌਜ ਨੂੰ ਪਿੱਛੇ ਹਟਣ ਤੋਂ ਬਿਨਾਂ ਕੋਈ ਰਾਹ ਨਾ ਦਿਸਿਆ। ਇਹ ਹਾਲ ਲਿਟਲਰ ਦੀ ਫੌਜ ਦਾ ਹੋਇਆ। ਸਿੱਖਾਂ ਨੇ ਅਜਿਹੀ ਬੇਜਿਗਰੀ ਨਾਲ ਗੋਲੇ ਵਸਾਏ ਕਿ ਅੰਗਰੇਜ਼ੀ ਤੋਪਾਂ ਥੜਿਆਂ ਤੋਂ ਡੇਗ ਦਿੱਤੀਆਂ। ਕੁਝ ਗੋਲੇ ਅੰਗਰੇਜ਼ਾਂ ਦੇ ਗੋਦਾਮ 'ਚ ਪਏ, ਜਿਨ੍ਹਾਂ ਨਾਲ ਰਸਦ ਦੀਆਂ ਗੱਡੀਆਂ ਚੂਰ-ਚੂਰ ਹੋ ਗਈਆਂ ਤੇ ਬਰੂਦ ਨੂੰ ਅੱਗ ਲੱਗ ਗਈ। ਬਰੂਦ ਦੀਆਂ ਪੇਟੀਆਂ ਅਸਮਾਨ ਨਾਲ ਗੱਲਾਂ ਕਰਨ ਲੱਗੀਆਂ। ਇਸ ਧਮਾਕੇ ਨਾਲ ਕਈ ਅੰਗਰੇਜ਼ ਮਰ ਗਏ। ਸਾਰੀ ਫੌਜ ਹਲਚਲ ਮਚ ਗਈ। ਸਰ ਲਿਟਲਰ ਦੀ ਫੌਜ ਨੱਸ ਪਈ, ਮੋਰਚਾ ਛੱਡ ਕੇ ਫਿਰੋਜ਼ਪੁਰ ਦਾ ਰੁਖ ਕੀਤਾ। ਵਾਲਸ ਦੀ ਫੌਜ ਭੱਜ ਕੇ ਗਿਲਬਰਟ ਦੀ ਫੌਜ ਦੇ ਪਿੱਛੇ ਜਾ ਲੁਕੀ। ਹਰੀ ਸਮਿਥ ਦੀ ਫੌਜ ਵੀ ਆਪਣੇ ਮੋਰਚੇ 'ਤੇ ਕਾਇਮ ਨਾ ਰਹਿ ਸਕੀ। ਕੇਵਲ ਗਿਲਬਰਟ ਦੀ ਫੌਜ ਹੀ ਆਪਣੇ ਮੋਰਚੇ 'ਤੇ ਡਟੀ ਰਹਿ ਗਈ। ਇਸ ਵੇਲੇ ਅੰਗਰੇਜ਼ੀ ਫੌਜ ਦੀ ਹਾਲਤ ਬੜੀ ਤਰਸਯੋਗ ਸੀ। ਧੰਨਵਾਦ। ਚੱਲਦਾ।